ਗ੍ਰੰਥੀ ਸਿੰਘ ਹੋਵੇ ਚਾਹੇ ਉਹ ਪ੍ਰਚਾਰਕ ਹੋਵੇ, ਲੇਕਿਨ ਉਹਨੂੰ ਘਟੀਆ ਬੰਦਾ ਸਮਝਿਆ ਜਾਂਦਾ, ਉਹਨੂੰ ਘੱਟ ਐਜੂਕੇਟਡ ਬੰਦਾ ਸਮਝਿਆ ਜਾਂਦਾ। ਮੈਨੂੰ ਕਈ ਵਾਰ ਬੜੀ ਹੈਰਾਨੀ ਹੁੰਦੀ ਹੈ ਕਿ ਗ੍ਰੰਥੀ ਸਿੰਘ ਦੀ ਤਨਖਾਹ ਹੈ ਉਹ 4 ਤੋਂ 5000 ਰੁਪਇਆ ਤਨਖਾਹ ਉਹਦੀ ਤੈਅ ਹੁੰਦੀ ਹੈ। ਸ਼੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਜਾਂ ਅਰਦਾਸ ਭੇਟਾ ਜਾਂ ਕੀਰਤਨ ਭੇਟਾ ਦੇ ਰੂਪ ਦੇ ਵਿੱਚ ਜਿਹੜੀ ਮਾਇਆ ਆਉਂਦੀ ਹੈ ਉਹਦੇ ਨਾਲ ਉਹ ਆਪਣਾ ਕੰਮ। ਤੁਸੀਂ ਅੱਜ ਵੱਡੀਆਂ ਰੈਲੀਆਂ ਕਰ ਰਹੇ ਹੋ, ਵੱਡੇ ਪ੍ਰੋਗਰਾਮ ਕਰ ਰਹੇ ਹੋ ਦਿੱਲੀ ਦੇ ਵਿੱਚ, ਉਹਨਾਂ ਨੂੰ ਛੱਟ ਪੂਜਾ ਕੱਲ੍ਹ ਹਲੇ ਉਹਨਾਂ ਦਾ ਤਿਉਹਾਰ ਸੀ, ਤੁਸੀਂ ਉਹ ਖੋਲ੍ਹ ਸਕਦੇ ਹੋ ਤੇ ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੋਲ੍ਹ ਸਕਦੇ? ਕੌਮ ਦੇ ਜਿਹੜੇ ਪ੍ਰਚਾਰਕ ਨੇ, ਗ੍ਰੰਥੀ ਨੇ ਅਤੇ ਜੋ ਪਾਠੀ ਨੇ ਉਹ ਗੁਰਬਤ ਦਾ ਸੰਦਾਪ ਭੋਗ ਰਹੇ ਨੇ। ਹਾਲ ਹੀ 'ਚ ਉਹਨਾਂ ਨੇ ਨਵੇਂ ਸ਼ਹਿਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਆਪਣੀ ਆਰਥਿਕ ਤੰਗੀ, ਲੋੜਮੰਦਾਂ ਜ਼ਰੂਰਤਾਂ ਦੇ ਲਈ ਜ਼ਰੂਰਤਾਂ ਵੀ ਉਹਨਾਂ ਦੀ ਪੂਰੀਆਂ ਨਹੀਂ ਹੋ ਰਹੀਆਂ ਤੇ SGPC ਔਰ ਜਿਹੜੇ ਬਾਕੀ ਇੰਸਟੀਟਿਊਸ਼ਨਸ ਨੇ ਉਹ ਇਸ ਪ੍ਰੋਬਲਮ ਨੂੰ ਐਡਰੈਸ ਕਰਨ ਦੇ ਵਿੱਚ ਕਿਉਂ ਫੇਲ ਰਹਿ ਗਏ? ਤੁਹਾਡਾ ਇਹਦੇ ਉੱਤੇ ਕੀ ਵਿਚਾਰ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਚੰਗਾ ਸਵਾਲ ਹੈ ਤੁਹਾਡਾ। ਮੈਂ ਇੱਥੇ ਸ਼ੁਰੂਆਤ ਇਸ ਗੱਲ ਤੋਂ ਕਰਨੀ ਚਾਹੁੰਦਾ ਕਿ ਸਿੱਖ ਕੌਮ ਜਿਸ ਤਰੀਕੇ ਦਾ ਪਿਛਲਾ ਇਤਿਹਾਸ ਸਿੱਖਾਂ ਦਾ ਰਿਹਾ ਹੈ, ਸਿੱਖ ਇੱਕ ਮਾਰਸ਼ਲ ਕੌਮ ਹੈ, ਜਜ਼ਬਾਤੀ ਨੇ ਔਰ ਜਜ਼ਬਾਤਾਂ ਦੇ ਨਾਲ ਸੇਵਾਦਾਰ ਵੀ ਹੈਗੇ ਆ। ਚਾਹੇ ਕਿਸੇ ਵੀ ਕੌਮ ਦੇ ਉੱਤੇ, ਕਿਸੇ ਵੀ ਧਰਮ ਦੇ ਉੱਤੇ ਕੋਈ ਆਪਦਾ ਆ ਜਾਵੇ ਤੇ ਸੇਵਾ ਕਰਨ ਵਾਸਤੇ ਵੀ ਸਾਰਿਆਂ ਤੋਂ ਮੂਹਰਲੀ ਕਤਾਰ 'ਚ ਖੜੇ ਹੋ ਕੇ ਸੇਵਾ ਕਰਦੇ ਆ। ਲੇਕਿਨ ਸਾਡਾ ਇਹ ਸੰਤਾਪ ਹੈ ਕਿ ਸਾਡੇ ਬੱਚਿਆਂ ਦੇ ਵਿੱਚ, ਸਾਡੀ ਕੌਮ ਦੇ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਿਹੜਾ ਕੋਈ ਬੰਦਾ ਗ੍ਰੰਥੀ ਸਿੰਘ ਹੋਵੇ ਚਾਹੇ ਉਹ ਪ੍ਰਚਾਰਕ ਹੋਵੇ, ਉਹਨੂੰ ਘਟੀਆ ਬੰਦਾ ਸਮਝਿਆ ਜਾਂਦਾ। ਮੈਨੂੰ ਇਸ ਗੱਲ ਕਹਿਣ ਦੇ ਵਿੱਚ ਥੋੜ੍ਹਾ ਅਫਸੋਸ ਵੀ ਹੈਗਾ, ਲੇਕਿਨ ਉਹਨੂੰ ਘਟੀਆ ਬੰਦਾ ਸਮਝਿਆ ਜਾਂਦਾ, ਉਹਨੂੰ ਘੱਟ ਐਜੂਕੇਟਡ ਬੰਦਾ ਸਮਝਿਆ ਜਾਂਦਾ। ਜਦ ਕਿ ਹੋਣਾ ਇਹ ਚਾਹੀਦਾ ਕਿ ਜਿਹੜੇ ਸਾਡੇ ਰਾਗੀ ਸਿੰਘ ਹੈ ਜਾਂ ਕੌਮ ਦੇ ਪ੍ਰਚਾਰਕ ਹੈਗੇ ਆ, ਉਹਨਾਂ ਨੂੰ ਸਾਨੂੰ ਇੱਕ ਵਿਸ਼ੇਸ਼ ਸਤਿਕਾਰ ਦੇ ਕੇ ਉਹਨਾਂ ਦਾ ਜਿਹੜਾ ਰੁਤਬਾ ਹੈਗਾ ਉਹਨੂੰ ਉੱਚਾ ਚੁੱਕਣਾ ਚਾਹੀਦਾ, ਤਾਂ ਕਿ ਉਹਨਾਂ ਦੇ ਜ਼ਰੀਏ ਹੀ ਜਿਹੜੀ ਸਾਡੀ ਕੌਮ ਦੀ ਆਉਣ ਵਾਲੀ ਪਨੀਰੀ ਹੈ ਉਹ ਸਿੱਖ ਸਿਧਾਂਤਾਂ ਦੇ ਨਾਲ, ਸਿੱਖ ਇਤਿਹਾਸ ਦੇ ਨਾਲ ਜੁੜੇਗੀ। ਲੇਕਿਨ ਹੁੰਦਾ ਇਸ ਤੋਂ ਉਲਟ ਹੈ ਕਿ ਸਾਡੀਆਂ ਸੰਸਥਾਵਾਂ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ, ਚਾਹੇ ਆਪਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ, ਚਾਹੇ ਆਪਾਂ ਛੋਟੀਆਂ ਲੋਕਲ ਸਿੰਘ ਸਭਾਵਾਂ ਦੀ ਗੱਲ ਕਰੀਏ, ਮੈਨੂੰ ਕਈ ਵਾਰ ਬੜੀ ਹੈਰਾਨੀ ਹੁੰਦੀ ਹੈ ਕਿ ਅੱਜ ਵੀ ਸਾਡੇ ਜਿਹੜੇ ਲੋਕਲ ਬਾਡੀ ਸਿੰਘ ਸਭਾਵਾਂ ਹੈਗੀਆਂ ਉਹਦੇ ਵਿੱਚ ਜਿਹੜੀ ਇੱਕ ਗ੍ਰੰਥੀ ਸਿੰਘ ਦੀ ਤਨਖਾਹ ਹੈ ਉਹ 4 ਤੋਂ 5000 ਰੁਪਇਆ ਤਨਖਾਹ ਉਹਦੀ ਤੈਅ ਹੁੰਦੀ ਹੈ ਔਰ ਬਾਕੀ ਉਹਨੂੰ ਜੋ ਆਪਣੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਜਾਂ ਅਰਦਾਸ ਭੇਟਾ ਜਾਂ ਕੀਰਤਨ ਭੇਟਾ ਦੇ ਰੂਪ ਦੇ ਵਿੱਚ ਜਿਹੜੀ ਮਾਇਆ ਆਉਂਦੀ ਹੈ ਉਹਦੇ ਨਾਲ ਉਹ ਆਪਣਾ ਕੰਮ ਚਲਾਉਂਦੇ ਆ। ਜੇ ਆਪਾਂ ਕਮੇਟੀਆਂ ਦੀ ਗੱਲ ਕਰੀਏ ਤਾਂ ਕਮੇਟੀਆਂ ਦੇ ਵਿੱਚ ਵੀ ਇਹੀ ਹਾਲ ਹੈ। ਕਮੇਟੀਆਂ ਦੇ ਵਿੱਚ ਵੀ ਰਾਗੀ ਸਿੰਘ ਔਰ ਜਿਹੜੇ ਸਾਡੇ ਗ੍ਰੰਥੀ ਸਿੰਘ ਹੈਗੇ ਆ, ਇਹਨਾਂ ਦੀ ਤਨਖਾਹ ਜਿਹੜੀ ਹੈ ਬਹੁਤ ਘੱਟ ਜਿਹੜੀ ਤਨਖਾਹ ਹੈਗੀ ਆ। ਇੱਥੇ ਵੀ ਉਹੀ ਸਿਸਟਮ ਹੈ ਕਿ ਉਹ ਕੀਰਤਨ ਭੇਟਾ ਔਰ ਅਰਦਾਸ ਭੇਟਾ ਦੇ ਰੂਪ 'ਚ ਜਿਹੜੀ ਮਾਇਆ ਮਿਲਦੀ ਹੈ ਉਹਦੇ ਨਾਲ ਆਪਣਾ ਕੰਮ ਚਲਾਉਂਦੇ ਆ। ਮੈਂ ਸਮਝਦਾ ਕਿ ਇਹ ਜਿਹੜਾ ਸਿਸਟਮ ਹੈ ਇਹ ਸਾਰੇ ਸਿਸਟਮ ਨੂੰ ਬਦਲਣ ਦੀ ਲੋੜ ਹੈ ਔਰ ਉਹਦਾ ਇੱਕ ਉਦਾਹਰਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਮੀਤ ਪ੍ਰਧਾਨ ਮੈਨੂੰ ਸੇਵਾ ਮਿਲੀ ਤੇ ਮੈਂ ਪ੍ਰਧਾਨ ਸਾਹਿਬ ਨੂੰ ਇਹ ਸਭ ਤੋਂ ਪਹਿਲਾਂ ਜਿਹੜਾ ਕ੍ਰੈਡਿਟ ਹੈ ਉਹ ਮੇਰੇ ਹਿੱਸੇ ਜਾਂਦਾ ਕਿ ਮੈਂ ਇਹ ਗੱਲ ਰੱਖੀ ਸੀ ਕਿ ਕਿਉਂ ਨਾ ਜਿਹੜੇ ਆਪਣੇ ਰਾਗੀ ਸਿੰਘ ਹੈਗੇ ਆ, ਗ੍ਰੰਥੀ ਸਿੰਘ ਹੈਗੇ ਆ, ਇਹਨਾਂ ਦੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹਦਾ ਜੁਮਾ ਆਪਾਂ ਫ੍ਰੀ ਪੜ੍ਹਾ ਕੇ ਉਹਨਾਂ ਦੀ ਸੇਵਾ ਕਰੀਏ, ਤਾਂ ਕਿ ਜਿਹੜੇ ਪ੍ਰਚਾਰਕ ਉਹ ਰਾਗੀ ਸਿੰਘ ਹੈ ਉਹਨਾਂ ਨੂੰ ਆਪਾਂ ਸਤਿਕਾਰ ਵੀ ਦੇ ਸਕੀਏ ਤੇ ਆਰਥਿਕ ਰੂਪ ਦੇ ਵਿੱਚ ਉਹਨਾਂ ਦੀ ਮਦਦ ਵੀ ਕਰ ਸਕੀਏ। ਤੁਹਾਨੂੰ ਇਹ ਕਿਉਂ ਲੱਗਦਾ ਕਿ ਹਾਲੇ ਤੱਕ ਇਹ ਜਿਹੜਾ ਇਸ਼ੂ ਹੈ ਪੀੜ੍ਹੀ ਦਰ ਪੀੜ੍ਹੀ ਸੇਵਾ, ਗ੍ਰੰਥੀ ਅਤੇ ਪਾਠੀਆਂ ਦੀ ਸੇਵਾ ਚੱਲਦੀ ਆ ਰਹੀ ਹੈ, ਉਹ ਇੰਨੇ ਅਸਮਰੱਥ ਕਿਉਂ ਨੇ? ਇਸ ਪ੍ਰੋਬਲਮ ਨੂੰ ਹਾਲੇ ਤੱਕ ਐਡਰੈਸ ਕਿਉਂ ਨਹੀਂ ਕੀਤਾ? ਦੇਖੋ, ਗੱਲ ਇਹ ਹੈ ਵੀ ਮੈਂ ਇਹ ਗੱਲ ਵੀ ਬੜੀ ਬੇਬਾਕੀ ਦੇ ਨਾਲ ਪਹਿਲੇ ਕਹਿੰਦਾ ਰਿਹਾ, ਜਿਹੜੀ ਸਾਡੀ ਧਾਰਮਿਕ ਸਿਆਸਤ ਹੈ ਇਹਦਾ ਰਾਜਨੀਤੀਕਰਨ ਹੋ ਚੁੱਕਿਆ। ਇਸ ਧਾਰਮਿਕ ਸਿਆਸਤ ਨੂੰ, ਇਹਨਾਂ ਅਦਾਰਿਆਂ ਨੂੰ ਆਪਣੇ ਸਿਆਸੀ ਮਫਾਦ ਵਾਸਤੇ, ਆਪਣੇ ਸਿਆਸੀ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਵਰਤਿਆ ਜਾਂਦਾ। ਜਿਹੜੀ ਆਈਡੀਓਲੋਜੀ ਹੋਣੀ ਚਾਹੀਦੀ ਹੈ, ਇੱਕ ਧਾਰਮਿਕ ਸ਼ਖਸੀਅਤ ਜਿਹੜੀ ਹੈਗੀ ਹੈ ਉਹਨੂੰ ਸਭ ਤੋਂ ਪਹਿਲਾਂ ਧਰਮ ਦੀ ਗੱਲ ਕਰਨੀ ਚਾਹੀਦੀ ਹੈ ਤੇ ਧਾਰਮਿਕ ਅਦਾਰਿਆਂ ਦੀ ਤਰੱਕੀ ਕਿਵੇਂ ਹੋ ਸਕੇ, ਜਾਂ ਸਾਡੇ ਜਿਹੜੇ ਗ੍ਰੰਥੀ ਸਿੰਘ ਹੈ, ਪ੍ਰਚਾਰਕ ਹੈ ਜਾਂ ਕੌਮ ਦੇ ਬੱਚੇ ਹੈਗੇ ਆ, ਉਹਨਾਂ ਨੂੰ ਆਪਾਂ ਅੱਗੇ ਕਿਵੇਂ ਵਧਾ ਸਕਦੇ ਹਾਂ। ਬਜਾਏ ਇਸ ਦੇ ਉਹ ਜ਼ਿਆਦਾ ਜ਼ੋਰ ਤਵੱਜੋ ਇਸ ਗੱਲ 'ਤੇ ਦਿੰਦੇ ਆ ਕਿ ਸਿਆਸਤ ਦੇ ਵਿੱਚ
ਉਹਨਾਂ ਦੀ ਪਾਰਟੀ ਨੂੰ मैं विशेष तौर पर अगर गल कहाँ तो श्रोमणी अकाली दल बादल की गल करनी चाहांगा, क्योंकि दोनों कमेटियां की पिछले लंबे समय तो जिहड़ी सेवा उन्होंने कोल है, तो विशेष तौर पर उन्होंने जिहड़ा रुझान रहिंदा वो सियासी करन वल रहिंदा है कि वो गुरु की गोलक दे नाल एक सियासी मुफाद जिहड़ा सियासी फायदा वो अपनी पार्टी वास्ते किवें लै सकदे आ। और कोई भी जिहड़ी रणनीति है वो स्पष्ट रूप दे विच या आपां कहिए पूरे एक दृढ़ निश्चय दे नाल कोई पॉलिसी नहीं बनाई जाती जिहदे नाल जिहड़े साडे मुलाजम है उन्हां दा आपां पक्ष जिहड़ा पूर सकदे होईए। और तुसीं देखिया भी होना कि जदों इलैक्शन आया पिछे दिल्ली गुरुद्वारा प्रबंधक कमेटी का, तो दिल्ली कमेटी के प्रधान ने भी वड्डियां वड्डियां अनाउंसमेंटां कीतियां, लेकिन अज वो साडे चाहे स्कूलों का स्टाफ होवे, चाहे साडे गुरुद्वारा कमेटी का स्टाफ होवे, अज वो लोग दर दर दे ਜਿਹੜੀ ਧੱਕੇ ਖਾ ਰਹੇ। ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੇ ਲਈ ਭਾਰਤ ਸਰਕਾਰ ਨੂੰ ਸਿੱਖ ਜਥੇਬੰਦੀਆਂ ਤੇ ਪੰਜਾਬ ਸਰਕਾਰ ਨੇ ਕਾਫੀ ਰਿਕੁਐਸਟ ਕੀਤੀ ਹੈ, ਵਾਰ-ਵਾਰ ਰਿਕੁਐਸਟ ਕੀਤੀ ਹੈ ਖੋਲ੍ਹਣ ਦੇ ਲਈ, ਤੇ ਤੁਹਾਡਾ ਇਹਦੇ ਉੱਤੇ ਕੀ ਟੇਕ ਹੈ? ਦੇਖੋ, ਮੈਂ ਬੜਾ ਸਪਸ਼ਟ ਤੌਰ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਮੋਦੀ ਸਰਕਾਰ ਹੈ। ਮੇਰਾ ਵੀ ਬੜਾ ਲੰਬਾ ਸਮਾਂ ਪਾਰਟੀ ਦੇ ਨਾਲ ਵਾਹ ਰਿਹਾ, ਲੇਕਿਨ ਅੱਜ ਜੇ ਮੈਂ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਕਹਾਂ ਕਿ ਮਿਨੋਰਟੀ ਦੇ ਵਾਸਤੇ ਜਿਸ ਤਰੀਕੇ ਇਹ ਸਰਕਾਰ ਜਿਹੜੇ ਫੈਸਲੇ ਕਰ ਰਹੀ ਹੈ, ਉਹਦੇ ਵਿੱਚ ਵੀ ਕਿਸੇ ਨਾ ਕਿਤੇ ਸਿਆਸਤ ਤੋਂ ਪ੍ਰੇਰਿਤ ਜਿਹੜੇ ਫੈਸਲੇ ਹੈਗੇ ਆ, ਕਿਉਂਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਆ। ਔਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜੇ ਮੈਂ ਗੱਲ ਕਰਾਂ, ਜਿਸ ਤਰੀਕੇ ਤੁਸੀਂ ਅੱਜ ਵੱਡੀਆਂ ਵੱਡੀਆਂ ਰੈਲੀਆਂ ਕਰ ਰਹੇ ਹੋ, ਵੱਡੇ ਵੱਡੇ ਪ੍ਰੋਗਰਾਮ ਕਰ ਰਹੇ ਹੋ, ਜੇ ਮੈਂ ਹੁਣ ਤੁਹਾਨੂੰ ਗੱਲ ਕਹਾਂ ਇੱਕ ਪੂਰਵਾਂਚਲ ਦਾ ਇਲਾਕਾ ਹੈ ਜਿਹਦੇ ਬਹੁਤ ਸਾਰੇ ਲੋਕ ਦਿੱਲੀ ਦੇ ਵਿੱਚ ਰਹਿੰਦੇ ਆ, ਅੱਜ ਤੁਸੀਂ ਦਿੱਲੀ ਦੇ ਵਿੱਚ ਉਹਨਾਂ ਨੂੰ ਛੱਠ ਪੂਜਾ ਕੱਲ੍ਹ ਹਲੇ ਉਹਨਾਂ ਦਾ ਤਿਉਹਾਰ ਸੀ, ਤੁਸੀਂ ਉਹ ਖੋਲ੍ਹ ਸਕਦੇ ਹੋ, ਅਤੇ ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੋਲ੍ਹ ਸਕਦੇ? ਲੇਕਿਨ ਮੈਂ ਜਿਹੜੀ ਗੱਲ ਕਹੀ ਹੈ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰੇਰਿਤ ਹੈ। ਔਰ ਮੈਂ ਇਹ ਮੰਗ ਪਹਿਲੇ ਵੀ ਕਰਦੇ ਰਹੇ ਹਾਂ, ਅੱਜ ਵੀ ਤੁਹਾਡੇ ਇਸ ਚੈਨਲ ਦੇ ਰਾਹੀਂ ਮੈਂ ਸਰਕਾਰ ਤੋਂ, ਕੇਂਦਰ ਦੀ ਸਰਕਾਰ ਤੋਂ ਇਹ ਮੰਗ ਕਰਦਾ ਕਿ ਸਿੱਖਾਂ ਦੀ ਮਹਾਨ ਆਸਥਾ ਦਾ ਕੇਂਦਰ ਔਰ ਵਿਸ਼ੇਸ਼ ਤੌਰ 'ਤੇ ਗੁਰੂ ਨਾਨਕ ਦੇਵ ਜੀ ਦੇ ਜਿਹੜੀ ਚਰਨ ਛੋਹ ਪ੍ਰਾਪਤ ਸਥਾਨ ਕਰਤਾਰਪੁਰ ਦਾ ਲਾਂਘਾ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਤੁਹਾਨੂੰ ਘੱਟੋ ਘੱਟ ਇਸ ਪ੍ਰਕਾਸ਼ ਪੁਰਬ ਤੋਂ ਪਹਿਲਾਂ ਉਸ ਲਾਂਘੇ ਨੂੰ ਖੋਲ੍ਹਣਾ ਚਾਹੀਦਾ, ਤਾਂ ਕਿ ਸੰਗਤ ਜਿਹੜਾ ਹੈ ਉਹ ਤੁਹਾਡੀ ਗਾਈਡਲਾਈਨ ਨੂੰ ਫੋਲੋ ਕਰਦੇ ਹੋਏ ਉੱਥੇ ਦਰਸ਼ਨ ਦਿਦਾਰੇ ਕਰ ਸਕਣ। ਸੋ ਮੈਂ ਪੁਰਜ਼ੋਰ ਮੰਗ ਕਰਦਾ ਸਰਕਾਰ ਤੋਂ ਕਿ ਲਾਂਘਾ ਜਿਹੜਾ ਹੈ ਉਹ ਬੇਲੋੜੀ ਗੱਲ ਹੈ ਤੁਹਾਡੀ ਕਿ ਉਹਨੂੰ ਹਲੇ ਤੱਕ ਤੁਸੀਂ ਬੰਦ ਰੱਖਿਆ ਹੋਇਆ, ਤੁਸੀਂ ਉਹਨੂੰ ਕਿਸੇ ਪਾਲਿਸੀ ਦੇ ਤਹਿਤ ਕੋਈ ਆਪਣੀ ਗਾਈਡਲਾਈਨ ਦੇ ਤਹਿਤ ਤੁਸੀਂ ਖੋਲ੍ਹ ਸਕਦੇ ਹੋ, ਤੁਹਾਨੂੰ ਇਹ ਤੁਰੰਤ ਫੈਸਲਾ ਕਰਨਾ ਚਾਹੀਦਾ। DAGMC ਦੀ ਜਨਰਲ ਹਾਊਸ ਮੀਟਿੰਗ ਕਦੋਂ ਤੱਕ ਹੋ ਸਕਦੀ ਹੈ? ਪ੍ਰਧਾਨ ਅਤੇ ਸੈਕਟਰੀ ਦੀ ਜਿਹੜੀ ਨਿਯੁਕਤੀ ਉਹ ਡਿਲੇ ਕਿਉਂ ਹੋ ਰਹੀ ਹੈ? ਟੀਚਰ ਜਿਹੜੇ ਨੇ ਉਹ ਧਰਨਿਆਂ 'ਤੇ ਨੇ, ਸੇਵਾਦਾਰਾਂ ਦੀ ਵਰਦੀਆਂ ਦਾ ਖਿਆਲ ਕੌਣ ਕਰੇਗਾ? ਕੌਣ ਸਾਰ ਲਵੇਗਾ ਇਹਨਾਂ ਦੀ ਜੇ ਕਮੇਟੀ ਦੀ ਨਿਯੁਕਤੀ ਨਹੀਂ ਹੁੰਦੀ, ਇੰਨੀ ਡਿਲੇ ਹੋ ਜਾਏਗੀ? ਦੇਖੋ, ਮੈਂ ਇੱਕ ਗੱਲ ਬੜੀ ਬੇਬਾਕੀ ਦੇ ਨਾਲ ਕਹਿਣੀ ਚਾਹਾਂਗਾ ਕਿ ਇਹ ਜਿਹੜਾ ਵਿਵਾਦ ਹੈ, ਇਸ ਵਿਵਾਦ ਨੂੰ ਜਨਮ ਜਿਹੜਾ ਦਿੱਤਾ ਹੈ ਇਹ ਵੀ ਸਿਆਸੀ ਪਾਰਟੀਆਂ ਨੇ ਦਿੱਤਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਇਸ ਗੱਲ ਦੀ ਵਧਾਈ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਨੂੰ ਦੇਣੀ ਚਾਹਾਂਗਾ, ਦਿੱਲੀ ਦੀ ਸੰਗਤ ਨੂੰ ਵੀ ਮੈਂ ਇਸ ਗੱਲ ਤੋਂ ਆਉਣ ਵਾਲੇ ਸਮੇਂ ਵਾਸਤੇ ਮੈਂ ਉਹਨਾਂ ਨੂੰ ਇੱਕ ਸਲਾਹ ਦੇਣੀ ਚਾਹ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿ ਉਹ ਜਿਹੜੀਆਂ ਸਰਕਾਰ ਵੱਲੋਂ ਰੂਲ ਤੈਅ ਕੀਤੇ ਹੈ, ਲਾਅ ਬਣਾਇਆ, ਉਹਦੇ ਮੁਤਾਬਕ ਉਹ ਕੈਂਡੀਡੇਟ ਜਿਹੜਾ ਉਹ ਪੂਰਾ ਉਤਰਦਾ ਜਾਂ ਨਹੀਂ ਉਤਰਦਾ, ਇਹ ਦੇਖਣਾ ਸੰਗਤ ਦਾ ਕੰਮ ਹੁੰਦਾ ਹੈ। ਔਰ ਸਰਕਾਰ ਦਾ ਵੀ ਕੰਮ ਹੈ ਕਿ ਜਿਹੜੇ ਬਾਈਲਾਸ ਹੈਗੇ ਉਹਦੇ ਮੁਤਾਬਕ ਸਰਕਾਰ ਜਿਵੇਂ ਹੁਣ ਟੈਸਟ ਲਿਆ ਹੈ, ਅਤੇ ਜਦੋਂ ਨੋਮੀਨੇਸ਼ਨ ਹੁੰਦੇ ਹੈ ਉਸ ਟਾਈਮ ਆਮ ਇੱਕ ਕੈਂਡੀਡੇਟ ਦਾ ਵੀ ਟੈਸਟ ਹੋਣਾ ਚਾਹੀਦਾ, ਔਰ ਉਹ ਟੈਸਟ ਅਗਰ ਪਾਰ ਕਰਦਾ ਹੈ। ਇਸ ਵਾਰ ਦੀ ਇਲੈਕਸ਼ਨ 'ਚ ਦੇਖਣ ਨੂੰ ਮਿਲਿਆ ਕਿ ਉਸ ਟੈਸਟ ਵਾਸਤੇ ਮਾਮੂਲੀ ਤੌਰ 'ਤੇ 2 ਲਾਈਨਾਂ ਪੜ੍ਹਾ ਕੇ ਦੇਖੀਆਂ ਗਈਆਂ ਜਾਂ ਨਾਂ ਲਿਖਾ ਕੇ ਦੇਖਿਆ ਗਿਆ। ਇਹਨੂੰ ਹੋਰ ਸਖਤੀ ਦੇ ਨਾਲ ਇਹਦੇ 'ਤੇ ਪਹਿਰਾ ਦੇਣਾ ਚਾਹੀਦਾ, ਤਾਂ ਕਿ ਚੰਗੇ ਅਕਸ਼ ਵਾਲੇ ਜਿਹੜੇ ਕੈਂਡੀਡੇਟ ਹੈਗੇ ਆ, ਜਿਹੜਾ ਲੋਕਾਂ ਨੂੰ ਰੂਲ ਦੇ ਮੁਤਾਬਕ ਪੰਜਾਬੀ ਭਾਸ਼ਾ ਦਾ ਪੂਰਾ ਗਿਆਨ ਹੈਗਾ, ਗੁਰਮੁਖੀ ਲਿਪੀ ਦਾ ਪੂਰਾ ਗਿਆਨ ਹੈਗਾ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਜਿਹੜਾ ਪੜ੍ਹ ਸਕਦੇ ਹੋਣ, ਉਹ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇ ਸਕਦੇ ਹੋਣ, ਉਹ ਸਿੱਖੀ ਸਿਧਾਂਤ ਦੀ ਗੱਲ ਸੰਗਤ ਤੱਕ ਪਹੁੰਚਾ ਸਕਦੇ ਹੋਣ। ਇਹ ਸਾਰੀਆਂ ਗੱਲਾਂ ਦੇਖਣ ਵਾਸਤੇ ਸਰਕਾਰ ਨੂੰ ਵੀ ਆਪਣਾ ਸ਼ਿਕੰਜਾ ਟਾਈਟ ਕਰਨਾ ਚਾਹੀਦਾ ਅਤੇ ਲੋਕਾਂ ਨੂੰ ਵੀ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਕਿ ਉਹਨਾਂ ਦੇ ਕੈਂਡੀਡੇਟ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਕਮੀ ਤਾਂ ਨਹੀਂ ਹੈ। ਰਹੀ ਕਮੇਟੀ ਦੇ ਗਠਨ ਦੀ ਗੱਲ, ਕਮੇਟੀ ਦਾ ਗਠਨ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀਆਂ ਕੋਰਟ ਦੇ ਵਿੱਚ ਐਪਲੀਕੇਸ਼ਨ ਲਗਾ ਕੇ ਜਿਵੇਂ ਮਨਜਿੰਦਰ ਸਿੰਘ ਸਿਰਸਾ ਨੂੰ ਡਿਸਕੁਆਲੀਫਾਈਡ ਕੀਤਾ ਗਿਆ ਡਾਇਰੈਕਟਰ ਦੇ ਵੱਲੋਂ, ਉਹਦੇ ਉੱਤੇ ਇੱਕ ਮਤਲਬ ਅਨਨੈਸੈਸਰੀ ਪ੍ਰੈਸ਼ਰ ਬਣਾਉਣ ਵਾਸਤੇ
ਕੋਰਟ ਦਾ ਸਹਾਰਾ ਲਿਆ ਗਿਆ, ਜਦ ਕਿ ਚਾਹੀਦਾ ਇਹ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਸੀਗਾ ਕਿ ਜੇ ਉਹਨਾਂ ਦੇ ਉੱਤੇ ਡਿਸਕੁਆਲੀਫਿਕੇਸ਼ਨ ਦੇ ਇਲਜ਼ਾਮ ਲੱਗੇ ਹੈ ਜਾਂ ਉਹਨਾਂ ਨੂੰ ਗੁਰਮੁਖੀ ਭਾਸ਼ਾ ਜਾਂ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ ਹੈ ਜਾਂ ਘੱਟ ਹੈ, ਤਾਂ ਇਹ ਤਾਂ ਸੇਵਾ ਦਾ ਅਦਾਰਾ ਹੈਗਾ, ਕਿਸੇ ਦੂਸਰੇ ਕੈਂਡੀਡੇਟ ਨੂੰ ਨੋਮੀਨੇਟ ਕਰ ਸਕਦੇ ਸੀਗੇ। ਸੋ ਮੈਂ ਇਹ ਸਮਝਦਾ ਕਿ ਬਹੁਤ ਇਹ ਵੀ ਬੇਲੋੜੀ ਮੈਂ ਗੱਲ ਕਹਾਂਗਾ ਕਿ ਇਹਨੂੰ ਕੋਰਟਾਂ 'ਚ ਘੜੀਸ ਕੇ ਤੇ ਆਪਾਂ ਕਮੇਟੀ ਦੇ ਗਠਨ ਨੂੰ ਰੋਕ ਰਹੇ ਹਾਂ। ਔਰ ਦੂਜੇ ਪਾਸੇ ਜਿਹੜਾ ਐਕਟਿੰਗ ਕਾਰਜਕਾਰੀ ਪ੍ਰਧਾਨ ਹੈ, ਅੱਜ ਕਾਰਜਕਾਰੀ ਮੀਤ ਪ੍ਰਧਾਨ ਮੈਂ ਆਪਣੇ ਆਪ ਨੂੰ ਵੀ ਕਹਿ ਸਕਦਾ, ਕਾਰਜਕਾਰੀ ਜੇ ਪ੍ਰਧਾਨ ਹੈਗਾ ਤੇ ਕਾਰਜਕਾਰੀ ਮੀਤ ਪ੍ਰਧਾਨ ਵੀ ਮੈਂ ਹੈਗਾ। ਜੇ ਮੈਂ ਇਲੈਕਸ਼ਨ ਹਾਰਿਆ ਤੇ ਇਲੈਕਸ਼ਨ ਉਹ ਵੀ ਹਾਰੇ ਹੈਗੇ ਆ। ਉਹਨਾਂ ਨੂੰ ਚਾਹੀਦਾ ਕਿ ਉਹ ਕਾਰਜਕਾਰੀ ਪ੍ਰਧਾਨ ਦੇ ਨਾਤੇ ਜਿਹੜੀਆਂ ਸੇਵਾਵਾਂ ਨਿਭਾ ਰਹੇ ਹੈਗੇ ਆ, ਉਹਨਾਂ ਸੇਵਾਵਾਂ ਦੇ ਵਿੱਚ ਬਾਕੀ ਜਿਹੜੀ ਐਗਜ਼ੈਕਟਿਵ ਹੈਗੀ ਆ ਉਹਨੂੰ ਤਾਂ ਉਹ ਕੁਝ ਸਮਝਦੇ ਹੀ ਹੈ ਨਹੀਂ। ਉਹ ਵਨ ਮੈਨ ਸ਼ੋਅ ਜਿਹੜਾ ਉਹਨਾਂ ਦਾ ਸ਼ੋਅ ਚੱਲ ਰਿਹਾ ਹੈਗਾ। ਲੇਕਿਨ ਕਿਤੇ ਨਾ ਕਿਤੇ ਮੈਂ ਚਾਹੁੰਦਾ ਕਿ ਕਮੇਟੀ ਦੇ ਗਠਨ ਵਾਸਤੇ ਅਗਰ ਉਹਨਾਂ ਨੂੰ ਇੱਕ ਪੈਰ ਪਿੱਛੇ ਜਾਣਾ ਪਵੇ ਤੇ ਪਿੱਛੇ ਜਾ ਕੇ ਕੋਈ ਚੰਗੀ ਸੋਚ ਵਾਲਾ, ਚੰਗਿਆ ਸੂਝਵਾਨ ਸ਼੍ਰੋਮਣੀ ਕਮੇਟੀ ਤੋਂ ਦੂਸਰਾ ਮੈਂਬਰ ਜਿਹੜਾ ਨੋਮੀਨੇਟ ਹੋ ਕੇ ਆ ਜਾਵੇ, ਤਾਂ ਕਿ ਜਿਹੜਾ ਕਮੇਟੀ ਦਾ ਗਠਨ ਠੀਕ ਢੰਗ ਨਾਲ ਹੋ ਸਕੇ ਔਰ ਕਮੇਟੀ ਦਾ ਕੰਮ ਸੁਚਾਰੂ ਰੂਪ 'ਚ ਚੱਲ ਸਕੇ। ਲੇਕਿਨ ਮੈਨੂੰ ਹੈਰਾਨੀ ਹੈ ਕਿ ਅੱਜ ਕਾਰਜਕਾਰੀ ਪ੍ਰਧਾਨ ਹੋਣ ਦੇ ਬਾਵਜੂਦ ਉਹ ਜਿਸ ਪ੍ਰਕਾਰ ਦੀਆਂ ਨਿਯੁਕਤੀਆਂ ਕਰ ਰਹੇ ਆ, ਜਿਸ ਪ੍ਰਕਾਰ ਦੀ ਸਹਾਇਤਾ ਉਹ ਨਵੇਂ ਮੈਂਬਰਾਂ ਨੇ ਹਲੇ ਓਥ ਵੀ ਨਹੀਂ ਲਈ, ਪੁਰਾਣਿਆਂ ਨੂੰ ਕੁਝ ਮਿਲਦਾ ਨਹੀਂ, ਨਵਿਆਂ ਨੂੰ ਉਹ ਪੈਸਾ ਦਿੱਤਾ ਜਾ ਰਿਹਾ। ਤਾਂ ਮੈਂ ਸਮਝਦਾ ਕਿ ਇਹ ਸਾਰਾ ਇੱਕ ਸਿਆਸੀ ਫਾਇਦਾ ਲੈਣ ਵਾਸਤੇ, ਪੰਜਾਬ ਦੀਆਂ ਇਲੈਕਸ਼ਨਾਂ ਵਾਸਤੇ ਸਾਰੀ ਮੁਹਿੰਮ ਜਿਹੜੀ ਹੈ ਉਹ ਵਿੰਡੀ ਗਈ ਹੈ। ਅੱਜ ਜੇ ਮੈਂ ਤੁਹਾਡੇ ਚੈਨਲ ਤੇ ਪੁੱਛਾਂ ਕਿ ਜਿਹੜੇ ਸਿਰਸਾ ਸਾਹਿਬ ਬਾਰ-ਬਾਰ ਇਹ ਕਹਿੰਦੇ ਸੀਗੇ ਜੀ ਦਿੱਲੀ ਦੇ ਵਿੱਚ ਕੋਵਿਡ ਜਿਹੜਾ ਉਹ ਅਗਰ ਤੀਸਰੀ ਵੇਵ ਆ ਗਈ ਤੇ ਲੋਕੀ ਮਰ ਜਾਣਗੇ, ਅਸੀਂ ਇਸ ਕਰਕੇ ਹਸਪੀਟਲ ਖੋਲ੍ਹਣਾ ਚਾਹੁੰਦੇ ਹਾਂ ਇਲੈਕਸ਼ਨ ਤੋਂ ਪਹਿਲਾਂ। ਅੱਜ ਇਲੈਕਸ਼ਨ ਨੂੰ ਬੀਤਿਆਂ 3 ਸਾਲ ਹੋ ਗਏ। ਮੈਂ ਸਿਰਸਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਿਰਸਾ ਸਾਹਿਬ, ਇਹ 3 ਮਹੀਨੇ ਦੇ ਵਿੱਚ ਤਾਂ ਤੁਸੀਂ ਇੱਕ ਵਾਰ ਵੀ ਉਸ ਹਸਪੀਟਲ ਦਾ ਉਦਘਾਟਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿੱਥੋਂ ਕਿ ਇਹ ਸਾਫ਼ ਸਾਬਤ ਹੁੰਦਾ ਹੈ ਕਿ ਤੁਸੀਂ ਸਿਰਫ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਉਦੋਂ ਜਲਦਬਾਜ਼ੀ 'ਚ ਇਹ ਫੈਸਲੇ, ਚਾਹੇ ਆਪਾਂ ਉਹ ਕੋਵਿਡ ਕੇਅਰ ਸੈਂਟਰ ਦੀ ਗੱਲ ਕਰ ਲਈਏ, ਚਾਹੇ ਬਾਲਾ ਸਾਹਿਬ ਹਸਪੀਟਲ ਦੀ ਗੱਲ ਕਰ ਲਈਏ, ਚਾਹੇ ਡਾਇਲਸਿਸ ਸੈਂਟਰ ਦੀ ਗੱਲ ਕਰ ਲਈਏ, 100 ਬੈੱਡ ਦਾ ਡਾਇਲਸਿਸ ਸੈਂਟਰ ਅੱਜ ਕੇਵਲ 15 ਜਾਂ 20 ਬੈੱਡ ਦਾ ਜਿਹੜਾ ਡਾਇਲਸਿਸ ਸੈਂਟਰ ਬਣ ਕੇ ਰਹਿ ਗਿਆ, ਬੰਦ ਹੋਣ ਤੇ ਕਗਾਰ ਤੇ ਹੈ। ਸੋ ਬਹੁਤ ਸਾਰੀਆਂ ਤਰੁੱਟੀਆਂ ਜਿਹੜੀਆਂ ਹੈਗੀਆਂ ਉਹ ਕਮੇਟੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੀਆਂ, ਜਿਨ੍ਹਾਂ ਨੂੰ ਦਰੁਸਤ ਕਰਨ ਦੀ ਕਿਤੇ ਨਾ ਕਿਤੇ ਲੋੜ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।